सत श्री अकाल जी, तुसीं वेख रहे हो आज दी आवाज़। कुछ वड्डियां ते ताज़ा खबरां लैके हाज़र हां। आओ पहला नज़र मार लैने आ कुछ सुर्खियां दे उत्ते। जीरा दे पिंड टोल रोही विखे स्थित शराब दी फैक्टरी दे मालकां ते धरनाकारियां दे दरमियान तकरार जारी है। मामूली झगड़े दे चलदे होई खूनी तकरार, नौजवानां ने कीता हमला। पिंड ठट्टा नबीशाह दी दरगाह दे उत्ते होया सभ्याचारक मेला। गोनियाना दे ट्रेड एसोसीएशन दे नाल इनकम टैक्स अधिकारियों की मीटिंग। सरकारी सीनियर सैकंडरी स्कूल कवद्दी विखे 100 बूटे लगाए गए। हर साल की तरह इस साल भी कड्ढी गई शहर दे विच झंडा यात्रा। संस्था दे वल्लों हलका जंडियाला तो हरदेव सिंह नूं चेयरमैन किया गया नियुक्त। चोरां ने पहला पीता दुध फिर गहने नकदी लैके होए रफू चक्कर। आओ हुण नज़र मार लैंदे आ कुछ विस्तार दे नाल खबरां दे उत्ते। कुछ दिनों तो ਵੱਖ-ਵੱਖ पिंडां दे लोकां दे वल्लों जीरा दे पिंड रटोल रोही विखे स्थित मालब्रो शराब फैक्टरी नूं बंद करवाउण लई फैक्टरी दे गेट अगे पक्का धरना लगाया होया है, जिस दे चलदिआं शराब फैक्टरी मालकां ते धरनाकारियां दे विच कई दिनों तो तकरार बदस्तूर जारी है। धरनाकारियां दे वल्लों कोई भी समान ना तां फैक्टरी तो बाहर आउण दित्ता जा रिहा है अते ना ही फैक्टरी तो अंदर जाण दित्ता जा रिहा है। तैनात मुलाजमां दे लई खाण पीण वाला राशन अंदर नहीं जाण दित्ता जा रिहा, जिस दे चलदिआं फैक्टरी दे अंदर काम कर रहे मुलाजमां दे वल्लों वीडियो संदेश दे राहीं एसडीएम जीरा इंदरपाल पासों मदद दी अपील की गई सी। दसना बनदा है कि किसानां दे वल्लों हुण मुलाजमां दे लई लंगर भी लगाया गया है ते उन्हां दा कहना है कि मुलाजम बाहर आके लंगर छक सकदे ने। इत्थों मशीन गई है निकल के। अच्छा, रात ਨੂੰ ਜਦੋਂ ਆਪਾਂ ਧਰਨਾ ਲੱਗਾ ਤੜਕੇ 5 ਵਜੇ ਮਸ਼ੀਨਾਂ ਨਿਕਲ ਕੇ ਚਲੇ ਗਏ ਇੱਥੋਂ ਹਾਂ ਰੋਜ਼ ਬੋਰ ਕਰਦੀਆਂ ਜੋ ਗਲਤੀ ਹੋ ਗਈ। ਇਹਨਾਂ ਨੂੰ ਚੇਤਾਵਨੀ ਪਹਿਲਾਂ ਦਿੱਤੀ ਆਪਾਂ ਨਾ, ਇਹਨਾਂ ਨੇ ਅੱਧਾ ਸਮਾਨ ਸਮੇਟ ਲਿਆ ਆਪਦਾ। ਉਹ ਤਾਂ ਇੱਥੇ ਆਉਂਦਾ ਵੀਰ ਜੀ ਸੁਖਗਲ ਸਾਹਿਬ, ਇੱਥੇ ਦੇਖੋ ਪਾਣੀ ਇੰਨਾ ਬਿਲਕੁਲ ਬਿਲਕੁਲ ਇਹ ਧਰਤੀ 'ਚ ਜਾ ਰਿਹਾ, ਗੰਦਾ ਪਾਣੀ ਜਾ ਰਿਹਾ ਆਪਣੀ ਜ਼ਮੀਨ ਦੇ ਥੱਲੇ ਨਾਸ਼ਟ ਕਰ ਰਿਹਾ। ਦੇਖੋ ਜੀ ਰੇਤਾ 'ਚ ਵੀ ਇੰਨੀ ਛੇਤੀ ਨਹੀਂ ਸਿਮ ਸਕਦਾ। ਬਿਲਕੁਲ ਉਹ ਪਾਣੀ ਕਿੰਨਾ ਪਿੱਛੇ ਘਟਣਾ ਸ਼ੁਰੂ ਹੋ ਗਿਆ। ਹਾਲਾਤ ਹੈ ਨਹੀਂ ਸਾਡੇ ਜਿਉਣ ਦੇ ਜੀ। ਇੱਥੇ ਜਿਉਣ ਦੇ ਕੋਈ ਹਾਲਾਤ ਨਹੀਂ ਆ। ਹਲਕੇ ਦਾ ਐਮਐਲਏ ਸਾਡੇ ਕੋਲ ਨਹੀਂ ਅਜੇ ਤੱਕ ਪਹੁੰਚਿਆ। ਨਹੀਂ ਆਇਆ ਜੀ, 4 ਦਿਨ ਹੋ ਗਏ। ਕਟਾਰੀਆ ਸਾਹਿਬ ਨਾ ਕਟਾਰੀਆ ਸਾਹਿਬ ਜੀ, ਨਰੇਸ਼ ਕਟਾਰੀਆ ਜੀ, ਉਹਨਾਂ ਨੇ ਵੀ ਨਹੀਂ ਮੂੰਹ ਦਿਖਾਇਆ। ਇਹਨਾਂ ਲੋਕਾਂ ਦੀਆਂ ਵੋਟਾਂ ਦੇ ਨਾਲ ਉਹੀ ਐਮਐਲਏ ਬਣੇ ਆ। ਉਹ ਇਹਨਾਂ ਲੋਕਾਂ ਦੀਆਂ ਵੋਟਾਂ ਪੈਣ ਕਰਕੇ ਹੀ ਭਗਵੰਤ ਮਾਨ ਮੁੱਖ ਮੰਤਰੀ ਬਣਿਆ। ਪਰ ਕੋਈ ਗੱਲ ਨਹੀਂ ਨਾ ਹੁਣ, ਹਾਲਾਂਕਿ ਉਹਨਾਂ ਦਾ ਫਰਜ਼ ਸੀ ਜੀ ਪਹਿਲੇ ਦਿਨ ਆ ਕੇ। ਗਿੱਲ ਸਾਹਿਬ ਇਹ ਲੱਗਦਾ ਜਿਵੇਂ ਕਿ ਨੇੜੇ ਨੇੜੇ ਬੋਰ ਨੇ ਜਿਵੇਂ ਤੇ ਨਿਕਲ ਕੇ ਗਈ ਆ ਉਹ ਮਸ਼ੀਨਾਂ ਨਹੀਂ ਲੀਆਂ। ਤੁਹਾਨੂੰ ਦੱਸ ਦਿਓ ਉੱਥੇ ਮਸ਼ੀਨ ਚੜਾਈ ਇਹਨਾਂ ਨੇ। ਬਾਈ ਜੀ ਇਹਨਾਂ ਨੇ ਕਿਹੜਾ ਵੀ ਕੋਈ ਥੱਲੋਂ 500 ਵਾਲਾ ਪਾਣੀ ਲੈਣਾ, ਇਹਨਾਂ ਨੇ ਤਾਂ ਪਾਣੀ ਵਿੱਚ ਪਾਉਣਾ ਵਾ ਜਿੰਨੇ ਥਾਂ ਮਰਜੀ ਬੋਕੀਆਂ ਮਾਰ ਦਿਓ। ਮਤਲਬ ਕਰਦੇ ਨੇ ਇਹਦੇ ਵਿੱਚ ਪਾਣੀ ਸੁੱਟ ਦੇਣਾ ਹੈ। ਇਹ ਆ ਵੀਰ ਜੀ ਵੇਖੋ ਨਾਲ ਹੀ ਆ ਫੈਕਟਰੀ ਜਿਹੜਾ ਕਿ ਇਥੋਂ ਨਾਲ ਹੀ ਆ ਲੈਵਲ ਵਿਖਾ ਦਿਓ ਜੀ। ਬੋਰ ਹਾਂਜੀ ਕੀਤਾ ਲੈਵਲ ਹੋਇਆ। ਵੇਖ ਲਓ ਦੂਰ ਮਿੱਟੀ ਦਾ, ਉਹਨੇ ਲੈਵਲ ਤੱਕ ਪਾਣੀ ਸੀਗਾ ਅੱਜ ਤੋਂ 2-3 ਦਿਨ ਪਹਿਲਾਂ, ਤੇ ਉਹ ਵੇਖ ਲਓ ਸਾਰਾ ਵਿੱਚ ਸਿਮ ਗਿਆ। ਅੱਛਾ ਜੀ, ਇਹਨਾਂ ਨੇ ਆ ਕੋਸ਼ਿਸ਼ ਕੀਤੀ ਵੀ ਸਾਰਾ ਲੁਕਾਉਣ ਦੀ, ਵੀ ਆ ਟਰੈਕਟਰਾਂ ਨਾਲ ਹਾਂਜੀ ਧਰਨਾ ਦੀ ਚੇਤਾਵਨੀ ਦਿੱਤੀ ਸੀ। ਧਰਨੇ ਦੀ ਇਹਨਾਂ ਨੂੰ ਕਾਲ ਪਤਾ ਲੱਗ ਗਈ, ਇਹਨਾਂ ਨੂੰ ਪਤਾ ਲੱਗ ਗਿਆ ਹਾਂਜੀ। ਤੇ ਉਦਣ ਹੀ ਵੀ ਮੰਨ ਲਓ ਰਾਤੋਂ ਰਾਤ ਇਹਨਾਂ ਨੇ ਆ ਜਿਹੜਾ ਆਪਦਾ ਜਗਾੜ ਲਾ ਕੇ ਟਰੈਕਟਰ ਨੇੜੇ ਕਰਕੇ, ਤੇ ਹਜੇ ਖਰੇ ਕਿੰਨੇ ਕੋ ਬੋਰ ਅੱਗੇ ਸੀ ਜਿਹੜੇ ਇਹਨਾਂ ਨੇ ਬੰਦ ਕਰ ਦਿੱਤੇ ਆ। ਦੂਸਰਾ ਪਾਣੀ ਦਾ ਲੈਵਲ ਦੱਸ ਰਿਹਾ ਵੀ ਬਹੁਤ ਉੱਚਾ ਸੀ। ਇਹਨਾਂ ਕੋਲੇ 3 ਮਸ਼ੀਨਾਂ ਖੜੀਆਂ ਸੀਗੀਆਂ ਜੀ ਬੋਰਾਂ ਵਾਲੀਆਂ। ਜਦੋਂ ਇਹਨਾਂ ਨੂੰ ਪਤਾ ਲੱਗਿਆ ਧਰਨਾ ਲੱਗਣਾ, ਇੱਕ ਮਸ਼ੀਨ ਇਹਨਾਂ ਦੀ ਅੰਦਰ ਫਸ ਗਈ, ਉਹ ਮਸ਼ੀਨ ਨਹੀਂ ਨਿਕਲ ਪਾਈ ਤੇ 2 ਮਸ਼ੀਨਾਂ ਇਹਨਾਂ ਨੇ ਧਰਨੇ ਤੋਂ ਪਹਿਲਾਂ ਕੱਢਤੀਆਂ ਬਾਹਰ। ਬਾਈ ਜੀ ਮੋਬਾਈਲ ਰਾਹੀਂ ਤੁਹਾਨੂੰ ਅਸੀਂ ਨਾ ਬਿਆਨ ਨਹੀਂ ਕਰ ਸਕਦੇ ਕਿ ਕਿੰਨਾ ਮੁਸ਼ਕ ਆ ਰਿਹਾ ਇੱਥੋਂ। ਜੇ ਕਿਤੇ ਮੋਬਾਈਲ ਰਾਹੀਂ ਮੁਸ਼ਕ ਤੁਹਾਡੇ ਤੱਕ ਪਹੁੰਚਦਾ ਹੋਵੇ ਨਾ, ਤੁਸੀਂ ਕਹਿਣਾ ਇੱਥੇ ਖੜੇ ਕਿੱਦਾਂ ਤੁਸੀਂ, ਇੰਨੀ ਗੰਦੀ ਸਮੈਲ ਆ ਰਹੀ ਆ। ਹੁਣ ਇੱਥੇ ਸਾਡਾ ਖੜਨ ਨੂੰ ਮਨ ਨਹੀਂ ਕਰ ਰਿਹਾ। ਇਹ ਬਾਈ ਜੀ 10-10 ਕਿਲੋਮੀਟਰ ਤੱਕ ਇਹ ਸਮੈਲ ਜਾਂਦੀ ਹੈ ਤੇ ਸਾਨੂੰ ਸ਼ਰਮ ਆਉਂਦੀ ਹੈ। ਕੋਈ ਰਿਸ਼ਤੇਦਾਰ ਚਲੇ ਗਏ, ਰਿਸ਼ਤੇਦਾਰ ਨਹੀਂ ਹੁੰਦੇ, ਉਹ ਕਹਿੰਦੇ ਜਵਾਕ ਸਾਰੇ ਚਲੇ ਗਏ, ਸਾਰੇ ਕੋਠੀਆਂ ਜਿੰਦੇ ਲੱਗੇ, ਮੈਂ ਇਕੱਲਾ ਰਹਿਣਾ। 55 ਲੱਖ ਬਾਈ ਦੀ ਹੱਡ ਬੀਤੀ ਹੈ ਜੀ। ਆ ਮੇਰਾ ਘਰ ਵਿਹਲਾ ਪਿਆ, ਹੱਡ ਬੀਤੀ ਬਾਈ ਦੀ। ਮਜਬੂਰ ਹੋ ਕੇ ਕਹਿੰਦਾ ਮੇਰਾ ਘਰ ਬਾਗ ਛੱਡ ਕੇ ਚਲੇ ਗਏ, ਮੇਰੇ ਭਰਾ ਵੀ ਚਲੇ ਗਏ, ਮੈਂ ਇੰਨੇ ਦੇ ਕਾਰਨ ਹੋਇਆ। ਉਹ ਮੇਰੀ ਕੋਠੀਆਂ ਨਾਲ ਸਰਪੰਚ ਅੱਗੇ ਚੱਲ ਜਾ। ਇੰਨੀ ਸੋਹਾ ਮੈਂ ਰੋਜ਼ ਲਾ ਕੇ ਲਿਆਉਣਾ, ਰੋਜ਼ ਨੂੰ ਦੱਸਦਾ। ਅੱਛਾ, ਉਹ ਮੈਂ ਘਰ ਤੇ ਜਾ ਕੇ ਕੋਠੇ ਦੇ ਸੋਹੀ ਵੀ ਵਿਖਾ ਦੂੰ ਜਾ ਕੇ। ਇੱਥੇ ਲੱਗ ਗਿਆ ਤੁਹਾਡਾ? ਹਾਂ ਲੱਗਾ ਵਾ ਨਾ, ਘਰ ਦੇ ਨਾਲ ਟਾਵਰ ਦੇ ਕੋਲੇ। ਅੱਛਾ, ਘਰ ਮੇਰਾ ਜੀ ਆ ਟਾਵਰ ਦੇ ਕੋਲੇ ਹੈ। ਆਹ ਪੈਲੀ ਵਾਲੇ ਦਾ ਮੁੰਡੇ ਤੇ ਗਾਂਢੀ ਤੇ ਪੈਲੀ ਕੋਲੇ ਸਾਡੇ ਕੋਠੇ ਜਿੰਦੇ ਲੱਗੇ ਆ। ਸਮੈਲ ਦੇਖੋ ਜੀ ਕਿੰਨੀ ਆ ਰਹੀ ਹੈ। ਅੱਛਾ ਜੀ, ਬਹੁਤ ਯਾਰ ਮਾੜੀ ਸਮੈਲ ਆ ਰਹੀ। 50 ਲੱਖ ਰੁਪਏ ਕੋਠੀ ਤੇ ਲਾਏ। ਕੱਤੋਂ ਗਏ ਬਾਈ ਜੀ? ਹਾਂਜੀ, ਕੱਤੋਂ ਗਏ ਨੇ ਘਰ ਦੇ ਮੰਨ ਲਓ ਮੈਂਬਰ? ਆਹ ਗੰਦੀ ਸਮੈਲ ਤੇ ਜਵਾਕ ਬਿਮਾਰ ਆ। 50 ਲੱਖ 50,000 ਰੁਪਇਆ ਮੈਂ ਘਰ ਤੇ ਲਾਇਆ ਵਾ ਜੇ ਪਿਆ। ਉਹ ਬਿਆਨ ਕਰਾਂਗੇ। ਡਰਦੇ ਨੇ ਵੀ ਜਾਂ ਸਾਨੂੰ ਇਹ ਖਾ ਜਾਊਗਾ। ਬਾਈ ਜੀ ਇਹ ਕਹਿੰਦੇ ਸਾਨੂੰ ਡਰ ਨਹੀਂ ਹੈ ਤਾਂ ਜੇ ਸਾਨੂੰ ਖਾ ਜਾਊਗਾ ਜੋ ਕਰੂਗਾ ਵੀ ਕੁਝ। ਹਾਂ, ਅਸੀਂ ਕਰਕੇ ਨਹੀਂ ਲਾਇਆ। ਸਾਡੇ ਘਰ ਪਿਆ ਵੇਖੋ ਖਾਲੀ ਪਈਆਂ ਕੋਠੀਆਂ। ਉਹ ਮੇਰਾ ਘਰ ਆਈ। ਤੁਸੀਂ ਫਿਰ ਰਹਿਸ਼ ਕਿੱਥੇ ਰੱਖੀ ਬਾਈ ਜੀ? ਮੈਂ ਕਿਤੇ ਕੱਲਾ ਕਿਤੇ ਗੁਰਦੁਆਰੇ ਸੌਣਾ, ਮੈਂ ਇੱਥੇ ਆਉਂਦਾ ਹੀ ਨਹੀਂ। ਮੈਂ ਹੱਦ ਤੋਂ ਵੱਧ ਮਜਬੂਰ ਆ ਜਦੋਂ ਰੱਜ ਕੇ ਤਾਂ ਕਰਦਾ। ਅੱਛਾ ਹਾਂਜੀ, ਉਹ ਮੇਰਾ ਘਰ ਆ ਦੇਖੋ, ਜਿੰਦਰਾ ਚਲਾ ਕੇ ਮੈਂ ਚਾਬੀਆਂ ਵੀ ਘਰੇ ਛੱਡੀਆਂ। ਤੁਹਾਡੇ ਘਰੇ ਚੱਲਾਂਗੇ ਆਪਾਂ। ਹਾਂਜੀ, ਉਹ ਕੋਠੀਆਂ ਬੰਦ ਪਈਆਂ, ਵਿੱਚ ਕੋਈ ਬੰਦੇ ਨਹੀਂ ਹੈਗੇ।
ਉਹ 1 ਆਹ ਬਾਈ ਜੀ ਕਿਲੋਮੀਟਰ ਦੀਆਂ ਦੂਰ ਕੋਠੀਆਂ ਕੋਠੀਆਂ ਇਹ ਬੰਦ ਪਈਆਂ। ਬਾਈ ਕਹਿੰਦਾ ਮਜਬੂਰ ਹੋ ਕੇ ਮੈਂ ਘਰੋਂ ਬਾਹਰ ਰਹਿਣਾ। ਜਾ ਕੇ ਸੋਹਾ ਹੀ ਦਿਖਾ ਦੂੰਗਾ, ਹੱਦੋਂ ਵੱਧ ਕੀਤਾ ਮੈਂ, ਹੋ ਸਕਦਾ ਬੋਰ ਚਲਾਵਾਂ ਵਿੱਚੋਂ ਨਾ ਨਿਕਲੇ। ਅੱਛਾ ਜੀ। ਚਲੋ ਕੋਈ ਨਹੀਂ। ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਇੱਕ ਮਾਮੂਲੀ ਤਕਰਾਰ ਦੇ ਚਲਦੇ ਗੋਲੀ ਚੱਲ ਗਈ। ਹਮਲੇ ਦੇ ਵਿੱਚ 2 ਲੋਕ ਜ਼ਖਮੀ ਹੋਏ ਨੇ ਜੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ। ਉੱਥੇ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ 2 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ 10 ਤੋਂ ਉੱਪਰ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਫਾਇਰਿੰਗ ਅਤੇ ਹਮਲਾ ਕਰਨ ਦਾ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹਨਾਂ ਦੀ ਆਪਸੀ ਪਹਿਲਾਂ ਦੀ ਰੰਜਿਸ਼ ਹੀ ਕੋਈ, ਇਹਨਾਂ ਨੇ ਕੋਈ ਤੇ ਫਿਰ ਇਹਨਾਂ ਦਾ ਆਪਸੀ ਟਕਰਾਰ ਹੋਇਆ ਤੇ ਜੋ ਕੁਛ ਉਹ 'ਚ ਫਾਇਰ ਵੀ ਹੋਏ ਆ ਤੇ ਇਹ 'ਚ ਅਸੀਂ ਮੁਕੱਦਮਾ ਦਰਜ ਕਰਤਾ ਜਿਹਦੇ ਵੱਲੋਂ ਜਿਹਨੇ ਫਾਇਰ ਕੀਤੇ ਆ ਉਹਦਾ ਨਾਮ ਰੂਬੀ ਤੇ ਪ੍ਰਿੰਸ ਆ। ਉਹ ਐਫਆਈਆਰ ਨੰਬਰ 70 ਡੇਟਡ 27 ਜੁਲਾਈ 2022 ਅੰਡਰ ਸੈਕਸ਼ਨ 307 25 ਆਮ ਸੈਕਟਰ ਦੇ ਤਹਿਤ ਅਸੀਂ ਕਾਰਵਾਈ। ਇਹ ਵਨ ਸਾਈਡਡ ਹੀ ਹੋਇਆ ਜੀ। ਹਜੇ ਤੇ ਜਿਹੜੀਆਂ ਅਸੀਂ ਇਨਵੈਸਟੀਗੇਸ਼ਨ 'ਚ ਆਇਆ, ਹਜੇ ਜਿਹੜੀ ਫੁਟੇਜ ਆਈ ਉਹਦਾ ਦੇ ਸਾਹਮਣੇ ਪ੍ਰੀਲਿਮਿਨਰੀ 'ਚ ਰੂਬੀ ਤੇ ਪ੍ਰਿੰਸ ਹੀ ਆਏ ਆ ਜਿਹੜੇ ਮੇਨ, ਤੇ ਨਾਲ ਉਹਨਾਂ ਨੇ 10-12 ਅਣਪਛਾਤੇ ਬੰਦੇ। ਅਜੇ ਉਹ ਹੈ, ਜੇ ਗਾਂ ਫੇਰ ਕੋਈ ਅੱਗੇ ਗੱਲ ਜਾਪੂਗੀ ਫਿਰ ਕਾਰਵਾਈ ਕੀਤੀ ਜਾਏਗੀ। ਰਜਿਸਟਰਡ ਹੋ ਗਿਆ ਜੀ, ਕੱਲ੍ਹ ਰਾਤ ਦਾ ਹੀ ਰਜਿਸਟਰ ਹੋ ਗਿਆ ਜੀ। ਧੰਨਵਾਦ। ਚੋਗਾਵਾਂ ਦੇ ਪਿੰਡ ਠੱਠਾ ਦੇ ਨਜ਼ਦੀਕ ਦਰਗਾਹ ਪੀਰ ਬਾਬਾ ਨਬੀ ਸ਼ਾਹ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਕਰਵਾਇਆ ਗਿਆ। ਇਸ ਮੌਕੇ ਸਵਰਗੀ ਜੋਗਿੰਦਰ ਸਿੰਘ ਸ਼ਾਹ ਪਰਿਵਾਰ ਦੇ ਵੱਲੋਂ ਮੇਲਾ ਕਮੇਟੀ ਦੇ ਮੁੱਖ ਪ੍ਰਬੰਧਕ ਮਨਜੀਤ ਸਿੰਘ, ਦਵਿੰਦਰ ਸਿੰਘ, ਮਲਕੀਤ ਸਿੰਘ ਸ਼ਾਹ ਆਦਿ ਸੇਵਾਦਾਰਾਂ ਦੇ ਵੱਲੋਂ ਮੇਲੇ ਦੀ ਸ਼ੁਰੂਆਤ ਦਰਗਾਹ ਦੇ ਉੱਪਰ ਚਾਦਰਾਂ ਚੜਾ ਕੇ ਕੀਤੀ ਗਈ। ਇਸ ਉਪਰੰਤ ਲੱਗੇ ਖੁੱਲੇ ਅਖਾੜੇ ਦੇ ਵਿੱਚ ਪੰਜਾਬ ਦੀ ਕੋਇਲ ਗਾਇਕਾ ਜਸਵਿੰਦਰ ਬਰਾੜ ਨੇ 3 ਘੰਟੇ ਦਰਸ਼ਕਾਂ ਨੂੰ ਪੰਜਾਬੀ ਰਿਸ਼ਤਿਆਂ ਨਾਲ ਜੋੜਦੇ ਨਵੇਂ ਪੁਰਾਣੇ ਗੀਤਾਂ ਰਾਹੀਂ ਸਰੋਤਿਆਂ ਦੇ ਮਨ ਮੋਹੇ। ਕਿਹੜਾ ਪਿੰਡ ਜੀ? ਠੱਠਾ। ਤੇ ਜਿਹੜੇ ਅੱਜ ਤੁਸੀਂ ਇੱਥੇ ਕਲਾਕਾਰ ਲਵਾਏ ਦੇ, ਕਾਹਦੀਆਂ ਸੁੱਖਣਾ ਜੀ? ਇਹ ਸਰ ਮਲਕੀਤ ਸਿੰਘ ਨੌਕਰੀ ਦੀ ਸੁੱਖੀ। ਕਿੰਨਾ ਟਾਈਮ ਹੋ ਗਿਆ ਜੀ? ਸਰ 1 ਸਾਲ ਹੋ ਗਿਆ। ਕਿ- ਬਾਬੇ ਨਵੀ ਸ਼ਾਹ ਤੇ ਇਹ ਸਰ ਹੁੰਦੇ। ਆਪਣੇ ਵੀਰ ਨੂੰ ਕਾਹਦੀ 'ਚ ਨੌਕਰੀ ਮਿਲੀ ਸੀ ਤਾਂ? ਇਹ ਸਰ ਡੀਸੀ ਦਫ਼ਤਰ ਮਿਲੀ। ਅੱਛਾ। ਇਹਦੇ ਸ਼ੁਕਰਾਨੇ ਉਹਨੇ ਕਲਾਕਾਰ ਹਰ ਆਸਾਂ ਮੁਰਾਦਾਂ ਮਹਾਰਾਜ ਪੂਰੀਆਂ ਕਰਦਾ ਬਾਬਾ ਨਵੀ ਸ਼ਾਹ। ਮਹਾਰਾਜ ਦੀ ਆਸ ਮੁਰਾਦ ਪੂਰੀ ਕਰੇ ਸੱਚੇ ਪਾਤਸ਼ਾਹ। ਮਹਾਰਾਜ ਬਾਬਾ ਨਵੀ ਸ਼ਾਹ ਵਾਲਾ ਚੜ੍ਹਦੀ ਕਲਾ ਕਰੇ ਸੱਚੇ ਪਾਤਸ਼ਾਹ। ਮਾਲਕ ਜਾਂ ਕਿਰਪਾ ਕਰੇ ਸਾਡੇ ਸੱਚੇ ਪਾਤਸ਼ਾਹ। ਕੀ ਮਹਾਰਾਜ ਪੂਰੀ ਕਰੇ ਬਾਬਾ ਨਵੀ ਸ਼ਾਹ ਦੇ ਸੱਚੇ ਪਾਤਸ਼ਾਹ। ਪਰਿਵਾਰ ਦੀ ਚੜ੍ਹਦੀ ਕਲਾ ਕਰੇ, ਹਰ ਇੱਕ ਦਾ ਭਲਾ ਕਰੇ। ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਿੰਡ ਠੱਠੇ ਨਗਰ ਬਾਬਾ ਨਵੀ ਸ਼ਾਹ ਜੀ ਦੀ ਜਗ੍ਹਾ ਤੇ ਮੇਲਾ ਮਨਾਇਆ ਜਾਂਦਾ ਵਾ। ਹਰ ਸਾਲ 12 ਸੌਣ ਨੂੰ ਇਸੇ ਧੂਮਧਾਮ ਨਾਲ ਇਦਾਂ ਹੀ ਮੇਲਾ ਮਨਾਇਆ ਜਾਂਦਾ ਵਾ। ਐਰਕੀ ਵੀ ਸੰਗਤਾਂ ਹਮਾ ਕੇ ਪਹੁੰਚੀਆਂ ਵਾ ਤੇ ਬਹੁਤ ਖੁਸ਼ੀ ਪ੍ਰਗਟ ਹੁੰਦੀ ਹੈ। ਹਾਂਜੀ ਹਾਂਜੀ, ਜੋ ਜੀ ਆਪਣੀ ਮਨੋਕਾਮਨਾ ਸੁਖਦੇ ਇੱਥੇ, ਜੋ ਵੀ ਸੰਗਤ ਸੇਵਾ ਸੁਖਦੀ ਆ ਉਹ ਮਨੋਕਾਮਨਾ ਪੂਰੀ ਹੋਣ ਤੇ ਫਿਰ ਆਪਣੀ ਸੰਗਤ ਸੇਵਾ ਕਰਦੀ ਹੈ। ਗੋਨਿਆਣਾ ਦੇ ਟ੍ਰੇਡਰਸ ਐਸੋਸੀਏਸ਼ਨ ਦੇ ਨਾਲ ਇਨਕਮ ਟੈਕਸ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ। ਇਸ ਮੌਕੇ ਵਪਾਰੀਆਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਇਹ ਮੀਟਿੰਗ ਕੀਤੀ ਗਈ। ਇਸ ਮੌਕੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਵੀ ਕੀਤੀ ਗਈ। धर्मपाल चौधरी, मैं इनकम टैक्स ऑफिसर वार्ड 1 बठिंडा। गोनियाना मंडी के सारे इनकम टैक्स के मैटर मेरे पास आते हैं और आज हमने ये भारत सरकार के आदेशानुसार यहाँ पे एक व्यापारियों में अवेयरनेस पैदा करने के लिए इनकम टैक्स का जो सिंप्लीफाइड प्रोसीजर है वो बताने के लिए, और कि कैसे जो ये इनकम टैक्स की जो कंप्लाइंस करनी होती है, आपके ड्यूटी अपनी पूरी करनी होती है, इसको कैसे आप सही तरीके से कर सकते हैं, उसकी लिए एक जागरूकता कैंप आप यहाँ पे लगाया गया। गोनियाना मंडी के सभी तरह के व्यापारी और सभी तरह के लगभग 15 तरह के ट्रेड एसोसिएशन यहाँ पे पहुँचे हुए थे। करीब 250 व्यापारी ने यहाँ पहुँचकर आयकर विभाग की सभी बातें सुनी और बड़ा अच्छे तरीके से ये समागम यहाँ पे संपन्न हुआ। और मुझे पूरी उम्मीद है कि आगे की तरह इस बार भी गोनियाना मंडी के सभी व्यापारी अपनी सही आयकर रिटर्न भरकर और अपना जो पूरा टैक्स है वो जमा कराएंगे और इनकम टैक्स कानून की पालना सही तरीके से करेंगे। मैं एक बार फिर उनको आश्वासन दिलाता हूँ कि आयकर विभाग आपका सहयोगी है और आपकी हमेशा मदद करने के लिए तत्पर रहता है। व्यापारियों को किसी तरह की दिक्कत ना आए ये हम सुनिश्चित करते हैं। फिर भी अगर कभी कोई भी परेशानी आए तो हम हर टाइम उनकी सेवा में हाजिर हैं। वो हमारे पास आ सकते हैं, ऑनलाइन भी अपनी समस्या बता सकते हैं, तो हम ऑनलाइन ही उसको दूर करके और सूचना उनके घर भेज देंगे कि आपकी ये समस्या हमने दूर कर दी है। बहुत बहुत धन्यवाद, बहुत बहुत शुभकामनाएं। सर 31 जुलाई का रिटर्न का लास्ट डेट है, उसके बारे में कुछ दसो। हाँ, 31 जुलाई बहुत नज़दीक है। जैसे कि आज 28 जुलाई हो चुकी है
और सभी की इनकम टैक्स की रिटर्न भरने के लिए 31 जुलाई तक तारीख निश्चित है। तो अपना ऑनलाइन जब आप ई फाइलिंग अकाउंट में जाएंगे इनकम टैक्स की पोर्टल पे, तो आपकी सारी इन्फॉर्मेशन वहाँ पे उपलब्ध है। उसको जांच करके और अपनी सही इनकम टैक्स रिटर्न को 31 जुलाई तक भरवा दें। 31 जुलाई तक अगर आप नहीं भरवा पाते हैं तो वो आपकी रिटर्न है, एक तो उसमें ये है कि आपको एक पेनल्टी उसकी लेट फीस लग जाएगी, और दूसरा उसमें ये होता है कि वो वैलिड रिटर्न नहीं मानी जाती। अगर उसमें कुछ कमी रह जाती हैं तो बाद में उसको करेक्शन करने में दिक्कत आती है। तो इसलिए सभी से अपील है कि अपनी रिटर्न है वो 31 जुलाई तक ही जमा करा दें। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੇ ਅਨੁਸਾਰ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਦੇ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਵੱਦੀ ਵਿਖੇ ਨਿੰਮ ਅਤੇ ਸਹਿੰਜਣੇ ਦੇ 100 ਬੂਟੇ ਲਗਾਏ ਗਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਤਜਿੰਦਰ ਕੌਰ ਦਾ ਕਹਿਣਾ ਸੀ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਦੇ ਲਈ ਰੁੱਖ ਲਗਾਉਣੇ ਸਮੇਂ ਦੀ ਬਹੁਤ ਵੱਡੀ ਲੋੜ ਹੈ। दुर्गा मंदिर कालके रोड बागा पुराना तो श्री दुर्गा मंदिर प्रबंधक कमेटी बागा पुराना दे वल्लों हर साल की तरह इस साल भी झंडा यात्रा शहर के अंदर कड्डी गई और थां-थां दे उत्ते इस यात्रा नूं रोक के लोकां ने जोरदार स्वागत किया। इस यात्रा दे विच शहर दीयां होर धार्मिक जथेबंदियां भी शामिल होईयां। पिंड मुंडा पिंड विखे बीती रात चोरां दे वल्लों चोरी दी घटना नूं अंजाम दिता गया। बड़े दलेराना ढंग दे नाल चोरां ने चोरी दी वारदात नूं अंजाम दिता। चोरां ने नकली गहणियां नूं हत्थ भी नहीं लगाया अते असली गहणे लैके उत्थों दी रफू चक्कर हो गए। जी की नाम जी? ਸਰਵਣ ਸਿੰਘ, ਕਿਹੜਾ ਪਿੰਡ ਹੈ ਜੀ? ਮੁੰਡਾ ਪਿੰਡ ਜੀ। ਕੀ ਘਟਨਾ ਹੋਈ ਜਿਹੜੀ ਤੁਹਾਡੇ ਘਰ ਵਿੱਚ ਲੁੱਟ ਹੋਈ ਜੀ? ਇਹ ਰਾਤ ਨੂੰ ਚੋਰੀ ਹੋਈ ਹੈ ਜੀ। ਤੇ ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਤਕਰੀਬਨ 11-12 ਲੱਖ ਦਾ ਆਇਆ। ਕੀ ਸਮਾਨ ਸੀਗਾ? ਉਹਦੇ 20 ਤੋਲੇ 21 ਤੋਲੇ ਸੋਨਾ ਸੀ, ਬਾਕੀ ਘੜੀਆਂ ਸੀ ਤੇ ਸਿੰਗਾਪੁਰ ਦੇ ਡਾਲਰ ਤੇ ਕੈਨੇਡਾ ਦੇ ਡਾਲਰ। ਪ੍ਰਸ਼ਾਸਨ ਨੂੰ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਦਿਵਾਇਆ ਜਾਵੇ। ਇਸ ਸੰਬੰਧੀ ਕੋਈ ਦਰਖਾਸਤ ਦਿੱਤੀ? ਪ੍ਰਸ਼ਾਸਨ ਮੌਕਾ ਦੇਖਣ ਆਇਆ? ਹਾਂਜੀ ਆਏ ਸੀ, 2-3 ਵਾਰ ਆਏ। ਇੱਥੋਂ ਡੇਰਾ ਸਾਹਿਬ ਚੌਂਕੀ ਤੋਂ ਆਏ ਸਰਦਾਰ ਰਾਮ ਸਿੰਘ ਤੇ ਸਰਦਾਰ ਸੁਰਜੀਤ ਸਿੰਘ ਤੇ ਇੰਸਪੈਕਟਰ ਸਾਹਿਬ ਆਪ ਆਏ, ਖੁਦ ਮੌਕਾ ਵੇਖ ਕੇ ਗਏ ਆ ਗੋਂਦਵਾਲ ਸਾਹਿਬ ਵਾਲੇ। ਜਿਹੜਾ ਚੋਰੀ ਦਾ ਸਮਾਂ ਸੀਗਾ ਕਿੰਨੇ ਕੁ ਵਜੇ ਤਕਰੀਬਨ ਹੋਈ ਸੀ? ਤਕਰੀਬਨ ਟਾਈਮ ਕਿੰਨਾ ਕੁ ਜਦੋਂ ਚੋਰਾਂ ਦਾ ਪਤਾ ਹੀ? ਨਹੀਂ ਕੋਈ ਕਨਫਰਮ ਪਤਾ ਨਹੀਂ ਕਿ 12 ਵਜੇ ਤੋਂ ਬਾਅਦ ਇੱਕ ਹੀ ਕਮਰੇ ਸਾਰਾ ਸਮਾਨ ਸੀ? ਹਾਂਜੀ ਇੱਕ ਹੀ ਕਮਰੇ 'ਚ ਡਰਾਇੰਗ ਰੂਮ 'ਚ ਹੀ ਸੌਂ ਜਾਂਦੇ, ਏਸੀ ਲੱਗਾ ਵਾ। ਬਾਕੀ 3 ਕਮਰਿਆਂ ਦੇ ਵਿੱਚ ਉਹਨਾਂ ਪੂਰਾ ਆਪਦਾ ਫੁੱਲ ਅਪਲਾਈ ਕਰਕੇ ਜੋ ਕੋਈ ਕੀਮਤੀ ਸਮਾਨ ਮਿਲਿਆ ਲੈ ਕੇ ਚਲੇ ਗਏ। ਉੱਚ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੁੰਦੇ? ਉੱਚ ਅਧਿਕਾਰੀਆਂ ਕੋਲੋਂ ਕੀ ਮੰਗ ਕਰਦੇ ਜੀ? ਅਸੀਂ ਇਹੋ ਮੰਗ ਕਰਦੇ ਹਾਂ ਸਾਨੂੰ ਇਨਸਾਫ ਮਿਲੇ, ਚੋਰਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ। ਸਰ ਬੀਤੀ ਦੇਰ ਰਾਤ ਕਸਬਾ ਮੁੰਡਾ ਪਿੰਡ ਵਿੱਚ ਚੋਰੀ ਹੋਈ, ਤੁਹਾਡੇ ਵੱਲੋਂ ਮੌਕਾ ਦੇਖਿਆ ਗਿਆ ਸਰ, ਕੀ ਕਾਰਵਾਈ ਕੀਤੀ ਜਾ ਰਹੀ ਹੁਣ ਤੱਕ? ਮੈਂ ਮੌਕੇ ਦਾ ਵਿਜ਼ਿਟ ਕੀਤਾ, ਵੇਖ ਕੇ ਸਾਰਾ ਦੇਖਿਆ ਚੋਰੀ ਬਾਰੇ। ਉਸ ਤੋਂ ਬਾਅਦ ਉਹਦੀ FIR ਜਿਹੜੀ ਆ ਕੱਲ੍ਹ ਅਸੀਂ ਦਰਜ ਕਰਤੀ ਆ, ਤੇ ਜਿਹੜੇ ਕੋਈ ਵੀ ਜਿਨ੍ਹਾਂ ਦੇ ਸ਼ੱਕ ਆ ਜਾਂ ਲਾਗੇ ਬੰਨੇ ਕੋਈ ਹੈਗੇ ਜਿਹੜੇ ਚੋਰੀ ਜਾਂ ਇੱਦਾਂ ਦੀਆਂ ਵਾਰਦਾਤਾਂ ਕਰਦੇ ਆ, ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਜਾਊਗੀ। ਤੇ ਇਸ ਤੋਂ ਇਲਾਵਾ ਜਿਹੜੀ ਆ ਸਾਈਬਰ ਸੈੱਲ ਦੀ ਮਦਦ ਲਈ ਜਾਊਗੀ ਜਿਹੜਾ ਚੋਰੀ ਨੂੰ ਟ੍ਰੇਸ ਕਰ ਲਵੇ। पंजाबी गायक सिद्धू मूसेवाला दे कतल मामले दे विच लॉरेंस बिश्नोई जो कि मास्टरमाइंड सी उस नूं मलोट कोर्ट दे विच पेश किया गया, जिथे उस नूं 4 दिनां दे होर पुलिस रिमांड दे उत्ते भेज दिता गया है। ਜਿਹੜਾ ਅੱਜ ਲਾਰੈਂਸ ਨੂੰ ਦੁਬਾਰਾ ਪੇਸ਼ ਕੀਤਾ ਗਿਆ ਸੀਗਾ, ਕੀ ਉਹਨਾਂ ਪੁਲਿਸ ਵੱਲੋਂ ਕੋਈ ਤੱਥ ਰੱਖੇ ਗਏ ਸੀਗੇ? ਲਾਰੈਂਸ ਬਿਸ਼ਨੋਈ ਨੂੰ ਅੱਜ 172 ਨੰਬਰ FIR ਜੋ PS ਸਦਰ ਮਲੋਟ ਆ ਉਹਦੇ ਵਿੱਚ ਪੇਸ਼ ਕੀਤਾ ਸੀ। ਆਲਰੇਡੀ ਲਾਰੈਂਸ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਸੀਗਾ, ਤੇ ਉਹ ਕਹਿੰਦੇ ਵੀ ਸਾਡੀ ਜਿਹੜੀ ਹਜੇ ਇੰਟੈਰੋਗੇਸ਼ਨ ਹਜੇ ਪੂਰੀ ਪ੍ਰੋਪਰ ਕੰਪਲੀਟ ਨਹੀਂ ਹੋਈ, ਸਾਨੂੰ ਪੂਰਾ ਫਰਦਰ ਟਾਈਮ ਚਾਹੀਦਾ ਹੈਗਾ, ਕਈ ਚੀਜ਼ਾਂ ਅਸੀਂ ਫਾਈਂਡ ਆਊਟ ਕਰਨੀਆਂ ਹੈਗੀਆਂ ਫਰਦਰ ਰਿਮਾਂਡ ਦੇ ਵਿੱਚ, ਇਸੇ ਕਰਕੇ ਸਾਨੂੰ ਫਰਦਰ ਰਿਮਾਂਡ ਦਿੱਤਾ ਜਾਵੇ। ਸੋ ਉਹਨਾਂ ਨੇ ਮਾਨਯੋਗ ਜੱਜ ਸਾਹਿਬ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਦੀ ਜਿਹੜੀ ਰਿਕੁਐਸਟ ਕੀਤੀ, ਜਿਹਦੇ 'ਚ ਮੇਰੇ ਕੰਨਿਓ ਸਟਰੋਂਗਲੀ ਅਪੋਜ਼ ਕੀਤਾ ਗਿਆ ਉਹਨਾਂ ਦੀ ਰਿਕੁਐਸਟ ਨੂੰ, ਬਿਕੋਜ਼ ਉਹਦੇ 'ਚ ਆਲਰੇਡੀ ਮੋਰ ਦੈਨ ਇਨਫ ਟਾਈਮ ਇਹਨਾਂ ਕੋਲੇ ਸੀਗਾ, ਜਿਹਦੇ ਵਿੱਚ ਕੋਈ ਇਹਨਾਂ ਕ੍ਰੈਡੀਬਲ ਉਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਇਹਨਾਂ ਤੋਂ ਐਕਸਟ੍ਰੈਕਟ ਨਹੀਂ ਕੀਤੀ ਗਈ। ਸੋ ਉਸ ਵਿਸ਼ੇ 'ਚ ਮੈਂ ਉਹਨੂੰ ਸਟਰੋਂਗਲੀ ਅਪੋਜ਼ ਕੀਤਾ। ਮਾਨਯੋਗ ਜੱਜ ਸਾਹਿਬ ਨੇ ਬੜੇ ਧਿਆਨ ਨਾਲ ਦੋਨਾਂ ਧਿਰਾਂ ਨੂੰ ਪ੍ਰੋਪਰ ਤਰੀਕੇ ਨਾਲ ਸੁਣਿਆ, ਸਾਨੂੰ ਇਨਫ ਟਾਈਮ ਦਿੱਤਾ, ਉਹਨਾਂ ਨੂੰ ਵਧੀਆ ਟਾਈਮ ਦੇ ਕੇ ਸੁਣਿਆ। ਫਿਰ ਉਸ ਤੋਂ ਬਾਅਦ ਜੱਜ ਸਾਹਿਬ ਨੇ 1 ਤਰੀਕ ਤੱਕ 4 ਦਿਨਾਂ ਦਾ ਪੁਲਿਸ ਰਿਮਾਂਡ ਜਿਹੜਾ ਲਾਰੈਂਸ ਬਿਸ਼ਨੋਈ ਦਾ ਹੁਕਮ ਫਰਮਾਇਆ। ਅੱਜ ਹੋਰ ਵੀ ਕੋਈ ਪੁਲਿਸ ਲੈਣ ਆਈ ਸੀਗੀ ਰਿਮਾਂਡ ਤੇ? ਅੱਜ ਮੋਗੇ ਤੋਂ ਆਈ ਸੀ ਪੁਲਿਸ,
ਤੇ ਉਹਦੇ ਸਬੰਧ ਦੇ ਵਿੱਚ ਉਹਨਾਂ ਨੂੰ ਜਿਹੜਾ ਹਜੇ ਪ੍ਰੋਪਰ ਟਾਈਮ ਨਹੀਂ ਦਿੱਤਾ ਗਿਆ, ਕਿਉਂਕਿ ਆਲਰੇਡੀ ਪੀਸੀ ਦੇ ਵਿੱਚ ਲਾਰੈਂਸ ਬਿਸ਼ਨੋਈ 172 ਨੰਬਰ FIR ਚੱਲ ਰਿਹਾ। ਸੋ 172 ਨੰਬਰ ਦੇ ਵਿੱਚ ਮਾਨਯੋਗ ਜੱਜ ਸਾਹਿਬ ਨੇ ਫਰਦਰ ਰਿਮਾਂਡ ਐਕਸਟੈਂਡ ਕਰ ਦਿੱਤਾ ਸੀਗਾ ਉਹਦਾ, ਇਸ ਕਰਕੇ ਫਿਰ ਉਹਨਾਂ ਨੂੰ ਟਾਈਮ ਨਹੀਂ ਮਿਲ ਪਾਇਆ। ਅਗਲੀ ਪੇਸ਼ੀ ਜਿਹੜੀ ਇੱਥੇ ਮਲੋਟਾ ਹੋਊਗੀ ਕਿ ਜਾਂ ਕਿ ਵੀਐਸਸੀ ਰਾਹੀਂ ਹੋਊਗੀ? ਨਹੀਂ, ਇੱਥੇ ਅਗਲੀ ਪੇਸ਼ੀ 1 ਤਰੀਕ ਨੂੰ ਮਲੋਟ ਮਾਨਯੋਗ ਜੱਜ ਸਾਹਿਬ ਦਿਲਸ਼ਾਦ ਕੌਰ ਦੀ ਕੋਰਟ ਦੇ ਵਿੱਚ ਹੀ ਹੋਣੀ ਹੈ ਜੀ। ਕੋਈ ਹੋਰ ਇਸ ਜਿਹੜਾ ਕਤਲकांड ਦੇ ਵਿੱਚ ਕੋਈ ਸ਼ਾਮਲ ਕੀਤੇ ਗਏ ਹੋਣ? ਇਹਦੇ ਸਬੰਧ ਦੇ ਵਿੱਚ ਦੇਖੋ ਵੀ ਮੈਂ ਤੁਹਾਨੂੰ ਆਲਰੇਡੀ ਐਕਸਪਲੇਨ ਕਰਤਾ ਹੈਗਾ ਵੀ ਕੋਈ ਕ੍ਰੈਡੀਬਲ ਇਹਨਾਂ ਕੋਲੇ ਚੀਜ਼ਾਂ ਨਹੀਂ ਸਾਹਮਣੇ ਆਈਆਂ। ਬਾਕੀ ਡਿਟੇਲ ਦੇ ਵਿੱਚ ਮੈਂ ਹਜੇ ਤੁਹਾਨੂੰ ਨਹੀਂ ਦੱਸ ਸਕਦਾ ਇਹਦੇ ਬਾਰੇ, ਕਿਉਂਕਿ ਹਜੇ ਉਹਨਾਂ ਕੋਲੇ ਹੋਰ ਟਾਈਮ ਹੈਗਾ। ਜਦੋਂ ਇਹ ਇਨਵੈਸਟੀਗੇਸ਼ਨ ਫੌਜਦਾਰੀ ਮੁਕੱਦਮੇ ਵਿੱਚ ਕਨਕਲੂਡ ਹੋ ਕੇ ਜਦੋਂ ਚਲਾਨ ਟੂ ਕੋਰਟ ਹੁੰਦਾ, ਉਦੋਂ ਸਾਨੂੰ ਐਗਜ਼ੈਕਟਲੀ ਪਤਾ ਲੱਗਦਾ ਪੁਲਿਸ ਕਿਹੜੀ ਡਾਇਰੈਕਸ਼ਨ ਨੂੰ ਜਾ ਰਹੀ ਹੈਗੀ ਹੈ। ਕੈਨੇਡਾ ਦੇ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ 26 ਸਾਲਾਂ ਦਾ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਉਸ ਦੀ ਮੌਤ ਹੋ ਗਈ। ਦਰਅਸਲ ਨੌਜਵਾਨ ਦੀ 26 ਸਾਲਾਂ ਦੀ ਜਿੱਥੇ ਉਮਰ ਸੀ, ਉੱਥੇ ਉਹ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਬਰੈਂਪਟਨ ਵਿਖੇ ਰਹਿੰਦਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਦੇ ਉੱਤੇ ਗਿਆ, ਪਰ ਇਸ ਦੌਰਾਨ ਉਸ ਦਾ ਟਰੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਸੜਕ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਟਰੱਕ ਨੂੰ ਭਿਆਨਕ ਅੱਗ ਲੱਗ ਗਈ ਅਤੇ ਨੌਜਵਾਨ ਟਰੱਕ ਦੇ ਅੰਦਰ ਹੀ ਭਿਆਨਕ ਅੱਗ ਦੇ ਵਿੱਚ ਹੀ ਸੜ ਕੇ ਸੁਆਹ ਹੋ ਗਿਆ। ਹੁਣ ਪਰਿਵਾਰਕ ਮੈਂਬਰਾਂ ਦਾ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਹਾਂਜੀ ਸਰ, ਜਿਹੜੇ ਤੁਹਾਡੇ ਬੇਟੇ ਦੀ ਡੈਥ ਹੋਈ ਆ ਜਿਹੜੀ ਬਾਹਰ, ਕਿੱਦਾਂ ਹੋਈ ਆ, ਕੀ ਨਾਂ ਸੀ ਉਹਨਾਂ ਦਾ? ਉਹਦਾ ਨਾਮ ਬੱਚੇ ਦਾ ਰਿਸ਼ਵ ਸ਼ਰਮਾ ਸੀ ਔਰ ਉਮਰ ਉਹਦੀ 26 ਸਾਲ ਸੀ ਔਰ ਉਹ ਹਾਂਜੀ 5 ਸਾਲ ਹੋ ਗਏ ਗਏ ਨੂੰ ਉੱਥੇ। ਉਹਦਾ ਠਾਕਾ ਵੀ, ਉਹਦਾ ਸ਼ਗਨ ਵੀ ਲਾਇਆ ਸੀ ਔਰ ਹੁਣ ਵਿਆਹ ਸੀ ਉਹਦਾ ਜਨਵਰੀ ਦੇ ਵਿੱਚ। ਤੇ ਮੌਤ ਕਿੱਦਾਂ ਹੁੰਦੀ ਉੱਥੇ ਉਹਦੀ? ਮੌਤ ਬਸ ਅੱਗ ਲੱਗਣ ਕਰਕੇ ਹੋ ਗਈ, ਗੱਡੀ ਨੂੰ ਅੱਗ ਲੱਗ ਗਈ ਆ, ਬਾਹਰ ਨਿਕਲਿਆ ਨਹੀਂ ਗਿਆ ਤੇ ਇਸ ਕਰਕੇ ਜਿਹੜੀ ਉਹ ਅੰਦਰ ਹੀ ਜਲ ਬਰਨ ਹੋ ਗਈ। ਕੀ ਮੰਗ ਕਰਦੇ ਸਰਕਾਰ ਕੋਲੋਂ? ਕੈਨੇਡਾ ਦੀ ਸਰਕਾਰ ਪਾਸੋਂ ਕੋਈ ਮੰਗ ਕਰਨੀ ਚਾਹੁੰਦੇ ਜਾਂ ਆਪਣੀ ਭਾਰਤ ਸਰਕਾਰ ਪਾਸੋਂ ਕੋਈ ਮੰਗ ਕਰਨੀ ਚਾਹੁੰਦੇ? ਅਸੀਂ ਭਾਰਤ ਸਰਕਾਰ ਨੂੰ ਕਹਿੰਦੇ ਆ ਕਿ ਥੋੜ੍ਹਾ ਇਹਨਾਂ ਬੱਚਿਆਂ ਦੇ ਵਾਸਤੇ ਸੇਫ ਰਹਿਣੇ ਚਾਹੀਦੇ ਆ ਔਰ ਉਧਰ ਵੀ ਉਹਨਾਂ ਨੂੰ ਇਹੋ ਕਹਿਣਾ ਚਾਹੀਦਾ ਕਿ ਜੋ ਗੱਡੀਆਂ ਨੇ ਉਹਨਾਂ ਦੀ ਲਿਮਟ ਜਿਹੜੀ ਆ ਉਹ ਰੱਖੀ ਜਾਵੇ ਬਸ। ਸਰ, ਜਿਹੜੇ ਬੱਚੇ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ? ਬੱਚਾ ਮੇਰਾ ਭਤੀਆ ਸੀ ਜੀ। ਕੀ ਗੱਲ ਹੋਈ ਹੈ ਬਾਹਰ, ਉਹਨਾਂ ਦੀ ਕਿੱਦਾਂ ਡੈਥ ਹੋਈ ਕੈਨੇਡਾ 'ਚ? ਬਸ ਜੇ ਤਾਂ ਰੋਟੀ ਰੁਜ਼ਗਾਰ ਲਈ ਬਾਹਰ ਗਿਆ ਸੀ ਤੇ ਆਪਣੇ ਕੰਮਕਾਰ ਦੇ ਕੰਮ ਦੇ ਵਿੱਚ ਗੱਡੀ ਲੈ ਕੇ ਜਾ ਰਿਹਾ ਸੀ। ਅੱਗੇ ਆਉਂਦੇ ਕੋਈ ਟਰਾਲਾ ਟਰੂਲਾ ਪੱਥਰ ਪੁੱਥਰ ਡਿੱਗੇ, ਕੋਈ ਉਹ ਪੱਥਰ ਦੇ ਵਿੱਚੋਂ ਕੋਈ ਬੋਨਟ ਦੇ ਵੱਜਾ ਆਂਦੇ, ਕੋਈ ਆਂਦਾ ਉਹਦੇ ਤੇਲ ਦੇ ਟੈਂਕ ਨੂੰ ਲਾ ਕੇ ਉਹਦੇ ਨਾਲ ਬਲਾਸਟ ਹੋ ਗਿਆ। ਬਲਾਸਟ ਹੋਣ ਨਾਲ ਬੱਚਾ ਵਿੱਚੇ ਆਂਦੇ ਬਰਨ ਹੋ ਗਿਆ। ਕੋਈ ਸਮਝ ਨਹੀਂ ਲੱਗ ਰਹੀ ਕੀ ਹੋਇਆ। ਉੱਥੋਂ ਕੋਈ ਰਿਪੋਰਟ ਆਏਗੀ, ਪਤਾ ਲੱਗੇਗਾ ਕੀ ਹੋਇਆ ਕੀ ਨਹੀਂ। ਹੁਣ ਸਾਨੂੰ ਤੇ ਇਹਦੇ ਬਾਰੇ ਕੋਈ ਅਜੇ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ। ਪਰਿਵਾਰ ਨੂੰ ਕਿੱਦਾਂ ਖਬਰ ਮਿਲਦੀ ਹੈ? ਪਰਿਵਾਰ ਨੂੰ ਉੱਥੋਂ ਜੀ ਕੋਈ ਰਾਤ 11-12 ਵਜੇ ਕੁਛ ਬੱਚੇ ਜਿਹੜੇ ਕੋਈ ਨਾਲ ਹੀ ਉਹਨਾਂ ਨੂੰ ਖਬਰ ਮਿਲੀ, ਉਹਨਾਂ ਸਾਨੂੰ ਇੱਥੇ ਇਨਫੋਰਮ ਕੀਤਾ ਵਾ ਵੀ ਆਪਣਾ ਬੱਚਾ ਨਹੀਂ ਰਿਹਾ ਜੀ। ਕੀ ਮੰਗ ਕਰਨੀ ਚਾਹੁੰਦੇ ਹੋ ਕੈਨੇਡਾ ਸਰਕਾਰ ਕੋਲੋਂ ਜਾਂ ਭਾਰਤ ਸਰਕਾਰ ਕੋਲੋਂ ਕੋਈ ਮੰਗ ਕਰਨੀ ਚਾਹੁੰਦੇ? ਅਸੀਂ ਭਾਰਤ ਸਰਕਾਰ ਕੋਲ ਇਹੋ ਮੰਗ ਕਰਦੇ ਨੇ, ਜਿਹੜੇ ਬੱਚੇ ਆਪਣੇ ਰੋਟੀ ਰੁਜ਼ਗਾਰ ਲਈ ਜਾਂਦੇ ਆ ਕੈਨੇਡਾ, ਸਰਕਾਰ ਆਪਣੀ ਭਾਰਤ ਸਰਕਾਰ ਨੂੰ ਬੱਚਿਆਂ ਬਾਰੇ ਕੋਈ ਥੋੜ੍ਹਾ ਬਹੁਤਾ ਧਿਆਨ ਰੱਖੇ, ਰੋਟੀ ਰੁਜ਼ਗਾਰ ਲਈ ਧੱਕੇ ਘੱਟ ਖਾਣ, ਕੋਈ ਸੇਫਟੀ ਹੋਵੇ, ਕੋਈ ਹੋਵੇ। ਸੋ ਇਹ ਤਾਂ ਸਨ ਅੱਜ ਦੀਆਂ ਕੁਝ ਵੱਡੀਆਂ ਤੇ ਖਾਸ ਖਬਰਾਂ। ਅਜਿਹੀਆਂ ਹੀ ਹੋਰ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਅੱਜ ਦੀ ਆਵਾਜ਼ ਦੇ ਨਾਲ।